ਅਸੀਂ ਤਿੰਨ ਤਰੀਕੇ ਦਾ ਕਿਡਨੀ ਫੇਲ, ਲੀਵਰ ਫੇਲ, ਕੈਂਸਰ ਤੇ ਥੈਲੀਸੀਮੀਆ ਦੇ ਕੰਮ ਕਰਦੇ ਹਾਂ ਤੇ ਮੇਰੇ ਕੋਲ ਹਾਈਐਸਟ ਰਿਜ਼ਲਟ ਹੈਗਾ 30 ਟਾਈਮਸ ਦਾ। ਇੱਕ ਬੰਦੇ ਦੀ ਕਿਡਨੀ 0.3% ਕੰਮ ਕਰਦੀ, 0.3, ਉਹਦੀ 3 ਮਹੀਨੇ ਬਾਅਦ 9% ਕੰਮ ਕਰਦੀ। देखा जाए तो लोगों को समस्या ज़्यादा आंधी क्यों, क्योंकि आज के दौर च समस्यावां बहुत वध गई। अजकल दा लाइफस्टाइल, अजकल दा खान पान, अजकल दी मिलावट, अजकल दी नैगेटिव सोच ते दवाइयां दा अंधाधुंध इस्तेमाल। तुसीं खुद आए हुए एक्सपर्ट हो, लोकी आंधे क्यों नहीं इधर, अवेयर क्यों नहीं हो रही? कुछ गलती आयुर्वेदाचार्य दी भी हैगी है, आयुर्वेद डॉक्टर्स दी भी हैगी है, कुछ सरकारां दी भी हैगी है, क्योंकि आयुर्वेद नूं लैके पॉलिसी क्लीयर नहीं किया। पुराना इलाज तो इंडिया का ही सीगा, फिर पिछे क्यों रह गए? कि ਜਿਹੜੇ ਪੁਰਾਣੇ ਵੈਦ ਸੀ ਉਹ ਧੰਦਾ ਹੀ ਛੱਡ ਗਏ, ਉਹਨਾਂ ਨੇ ਅਗਲੀ ਪੀੜ੍ਹੀ ਨੂੰ ਆਪਣੀ ਸਿੱਖਿਆ ਟ੍ਰਾਂਸਫਰ ਨਹੀਂ ਕੀਤੀ। ਅੱਜ ਦੇ ਦੌਰ 'ਚ ਦੇਖਿਆ ਜਾਵੇ ਤਾਂ ਆਮ ਲੋਕਾਂ ਨੂੰ ਬਹੁਤ ਸਮੱਸਿਆ ਆ ਰਹੀ ਹੈ। ਜੇ ਸਮੱਸਿਆ ਦੀ ਗੱਲ ਕੀਤੀ ਜਾਵੇ ਤਾਂ ਕਿਡਨੀ ਦੀ ਸਮੱਸਿਆ, ਥੈਲੇਸੀਮੀਆ ਤੇ ਕੈਂਸਰ ਦੀ ਸਮੱਸਿਆ ਨੂੰ ਲੈ ਕੇ ਲੋਕ ਲਗਾਤਾਰ ਜੂਝ ਰਹੇ ਨੇ। ਪਰ ਇਸ ਨੂੰ ਲੈ ਕੇ ਹਿਮ ਹਸਪੀਟਲ ਆ ਜਿਸ ਤੋਂ ਇਲਾਜ ਕੀਤਾ ਜਾਂਦਾ, ਗੱਲ ਕਰਾਂਗੇ। ਆਚਾਰਿਆ ਮਨੀਸ਼ ਜੀ ਸਾਡੇ ਨਾਲ ਨੇ। ਸੋ ਬਹੁਤ ਸੁਣਿਆ ਕੈਂਸਰ ਵਾਸਤੇ, ਕਿਉਂਕਿ ਇਹ ਸੱਚਾਈ ਹੈ ਵੀ ਇਲਾਜ ਹੁੰਦਾ ਜਾਂ ਕੀ ਹੈ? ਦੇਖੋ, ਤੁਸੀਂ ਗੱਲ ਕੀਤੀ ਕਿਡਨੀ ਫੇਲ, ਲੀਵਰ ਫੇਲ, ਕੈਂਸਰ ਤੇ ਥੈਲੀਸੀਮੀਆ, ਇਹ ਉਹ ਬਿਮਾਰੀਆਂ ਨੇ ਜਿਹਨੂੰ ਮਾਡਰਨ ਪੈਥੀ ਵਿੱਚ ਪੂਰੇ ਦੁਨੀਆ 'ਚ ਲਾ ਇਲਾਜ ਬੋਲਿਆ ਗਿਆ। ਕਿਡਨੀ ਫੇਲ ਹੋ ਜਾਂਦੀ ਹੈ, ਹੁੰਦਾ ਕੀ ਹੈ? ਕ੍ਰੀਟਿਨਾਈਨ ਵੱਧ ਜਾਂਦਾ ਹੈ, ਯੂਰੀਆ ਵੱਧ ਜਾਂਦਾ ਹੈ, ਲੋਕਾਂ ਦਾ ਡਾਇਲਿਸਿਸ ਸ਼ੁਰੂ ਹੋ ਜਾਂਦਾ ਹੈ, ਫਿਰ ਉਹਨਾਂ ਨੂੰ ਟ੍ਰਾਂਸਪਲਾਂਟ ਦਾ ਪ੍ਰੈਸ਼ਰ ਪੈਂਦਾ ਹੈ। ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਹਰ ਸਾਲ 2 ਲੱਖ ਲੋਕ ਕਿਡਨੀ ਦੇ ਨਵੇਂ ਪੇਸ਼ੈਂਟ ਬਣਦੇ ਹੈ, ਯਾਨੀ ਕਿ 2 ਲੱਖ ਟ੍ਰਾਂਸਪਲਾਂਟ ਦੀ ਲੋੜ ਹੈਗੀ ਹੈ, ਲੇਕਿਨ ਸਿਰਫ 6000 ਹੀ ਹੋ ਪਾਉਂਦੇ ਹੈ, ਯਾਨੀ ਕਿ 1,94,000 ਇੰਤਜ਼ਾਰ ਕਰਦੇ ਰਹਿ ਜਾਂਦੇ ਹੈ। ਕੀ ਕੋਈ ਤਰੀਕਾ ਹੋ ਸਕਦਾ ਸੀ? ਕਿਸੇ ਨੇ ਸੋਚਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਕਿਡਨੀ ਖਰਾਬ ਹੋ ਗਈ ਕੀ ਦੁਬਾਰਾ ਜ਼ਿੰਦਗੀ ਕੀਤੀ ਜਾ ਸਕਦੀ ਹੈ, ਰੀਜਨਰੇਟ ਹੋ ਸਕਦੀ ਹੈ, ਰਿਪੇਅਰ ਹੋ ਸਕਦੀ ਹੈ, ਐਕਟੀਵੇਟ ਹੋ ਸਕਦੀ ਹੈ? ਤੇ ਜੀ ਸਾਡੇ ਹਿਮਸ ਹਸਪੀਟਲ ਚੰਡੀਗੜ੍ਹ, ਲਖਨਊ, ਜਿੱਥੇ ਤੇ ਵੀ ਹੈਗੇ ਆ, ਸਭ ਜਗ੍ਹਾ ਹੋ ਸਕਦੀ ਹੈ। ਅਸੀਂ 3 ਤਰੀਕੇ ਦਾ ਕਿਡਨੀ ਫੇਲ, ਲੀਵਰ ਫੇਲ, ਕੈਂਸਰ ਤੇ ਥੈਲੀਸੀਮੀਆ ਦੇ ਕੰਮ ਕਰਦੇ ਹਾਂ। ਇੱਕ ਪੇਸ਼ੈਂਟ ਨੂੰ ਆਪਣੇ ਹਸਪੀਟਲ 'ਚ ਐਡਮਿਟ ਕਰਦੇ ਹਾਂ, ਜਿੰਦਾ ਨਾਮ ਹਿਮਸ ਹੈ, ਹਸਪੀਟਲ ਐਂਡ ਇੰਸਟੀਚਿਊਟ ਆਫ ਇੰਟੀਗ੍ਰੇਟਿਡ ਮੈਡੀਕਲ ਸਾਇੰਸਿਸ, ਯਾਨੀ ਕਿ ਨਾਮ ਵਿੱਚ ਵੀ ਇੰਸਟੀਚਿਊਟ ਹੈ, ਯਾਨੀ ਕਿ ਅਸੀਂ ਟ੍ਰੇਨਿੰਗ ਦਿੰਦੇ ਹਾਂ, ਐਜੂਕੇਟ ਕਰਦੇ ਹਾਂ, ਲੋਕਾਂ ਨੂੰ ਪੜ੍ਹਾਉਂਦੇ ਹਾਂ। ਉੱਥੇ ਰੋਜ਼ ਕਲਾਸ ਲੱਗਦੀ ਹੈ, ਉੱਥੇ ਜਿਵੇਂ ਸਕੂਲੇ ਲੱਗਦੀ ਸੀਗੀ ਕਿ ਤੁਸੀਂ ਕੀ ਖਾਣਾ ਹੈ, ਕੀ ਨਹੀਂ ਖਾਣਾ, ਕੀ ਜ਼ਿਆਦਾ ਖਾਣਾ ਹੈ, ਕੀ ਘੱਟ ਖਾਣਾ ਹੈ, ਕੀ ਚੰਗਾ, ਕੀ ਮਾੜਾ, ਪਲੱਸ ਥਾਟ ਕਿਵੇਂ ਰੱਖਣੀ ਹੈ, ਮਾਈਂਡ ਮੈਨੇਜਮੈਂਟ, ਪਲੱਸ ਪ੍ਰਕਿਰਤੀ ਦੇ ਨਾਲ ਪ੍ਰਕਿਰਤੀ ਦਾ ਬੈਨੀਫਿਟ ਕਿਵੇਂ ਚੱਕਣਾ ਹੈ, ਨੰਗੇ ਪਾँव ਘਾਸ 'ਤੇ ਘੁੰਮਣਾ ਸਿਖਾਇਆ ਜਾਂਦਾ ਹੈ, ਬਾਰਿਸ਼ ਦੇ ਪਾਣੀ ਨਹਾਉਣ ਦੀ ਗੱਲ ਕੀਤੀ ਜਾਂਦੀ ਹੈ, ਮਤਲਬ ਸਭ ਕੁਝ ਪ੍ਰਕਿਰਤਿਕ। ਉਹਦੇ ਨਾਲ ਹੁੰਦਾ ਕੀ ਹੈ, ਬਾਡੀ ਦੇ ਅੰਦਰ ਹੀਲਿੰਗ ਸ਼ੁਰੂ ਹੋ ਜਾਂਦੀ ਹੈ। ਸਭ ਤੋਂ ਪਹਿਲੇ ਅਸੀਂ ਕਿਡਨੀ ਫੇਲ ਹੈ, ਲੀਵਰ ਫੇਲ ਹੈ, ਜਾਂ ਕੈਂਸਰ ਹੈ, ਜਾਂ ਥੈਲੀਸੀਮੀਆ ਹੈ, ਪੇਸ਼ੈਂਟ ਨੂੰ ਕਹਿੰਦੇ ਆ ਪਹਿਲੇ ਆਪਣੇ ਸਾਰੇ ਟੈਸਟ ਕਰਾ ਲਓ। ਅਤੇ ਕਿਡਨੀ ਫੇਲ ਵਾਲਿਆਂ ਨੂੰ ਇੱਕ ਸਪੈਸ਼ਲ ਟੈਸਟ ਬੋਲਦੇ ਆ ਜਿਹਨੂੰ ਕਹਿੰਦੇ DTPA ਸਕੈਨ, ਜਿਹਦੇ ਨਾਲ ਪਤਾ ਲੱਗਦਾ ਕਿਡਨੀ ਕਿੰਨੇ % ਕੰਮ ਕਰ ਰਹੀ ਹੈ। ਉਹ ਸਕੈਨ ਉਹਨਾਂ ਦੇ ਕਹਿੰਦੇ ਆਪਣੇ ਹੱਥ 'ਤੇ ਰੱਖੋ, ਆਪਣੇ ਕੋਲ ਰੱਖੋ, 3 ਮਹੀਨੇ ਬਾਅਦ ਦੁਬਾਰਾ ਕਰਾਓ, ਸਾਡੇ ਸਾਰੇ ਪਰਹੇਜ਼ ਕਰਕੇ। ਉੱਥੇ ਇੱਕ ਸਿਸਟਮ ਫੋਲੋ ਹੁੰਦਾ ਜਿਹਨੂੰ ਬੋਲਦੇ ਆ ਗ੍ਰੈਡ ਸਿਸਟਮ, ਗ੍ਰੈਵੀਟੇਸ਼ਨਲ ਰੈਜ਼ਿਸਟੈਂਟ ਐਂਡ ਡਾਈਟ ਸਿਸਟਮ। ਇੱਕ ਪਾਣੀ ਦਾ ਟੱਪ ਹੁੰਦਾ ਜਿਹਦੇ ਵਿੱਚ ਬਹਿਣਾ ਹੁੰਦਾ, ਇੱਥੇ ਤੱਕ ਆਪਾਂ ਕੰਧੇ ਤੱਕ ਪਾਣੀ ਰੱਖ ਕੇ 40 ਡਿਗਰੀ ਟੈਂਪਰੇਚਰ ਮੇਨਟੇਨ ਕਰਕੇ ਗਰਮ ਪਾਣੀ 'ਚ ਬਿਠਾਇਆ ਜਾਂਦਾ ਹੈ। ਉਹ ਨਾਲ ਕੀ ਹੁੰਦਾ, ਤੁਹਾਡੀ ਤੀਜੀ ਕਿਡਨੀ ਐਕਟਿਵ ਹੋ ਜਾਂਦੀ ਹੈ। ਹੁਣ ਤੁਸੀਂ ਪੁੱਛੋਗੇ ਤੀਜੀ ਕਿਡਨੀ ਕੀ ਆ? ਬਿਲਕੁਲ ਜੀ, ਬਿਲਕੁਲ। ਤੇ 2 ਕਿਡਨੀਆਂ ਸਾਨੂੰ ਰੱਬ ਨੇ ਦਿੱਤੀਆਂ, ਤੀਜੀ ਕਿਡਨੀ ਸਾਡੇ ਕੋਲ ਸਕਿਨ ਹੈਗੀ ਹੈ, ਤਵਚਾ। ਤਵਚਾ ਵਿੱਚ ਜੋ ਪਸੀਨਾ ਨਿਕਲਦਾ ਹੈ, ਇਹ ਓਨਾ ਉਹੀ ਨਿਕਲਦਾ ਹੈ ਜੋ ਯੂਰਿਨ ਵਿੱਚ ਨਿਕਲਦਾ। ਤੁਸੀਂ ਯੂਰਿਨ ਨੂੰ ਤੇ ਪਸੀਨੇ ਦਾ ਮੈਡੀਕਲ ਐਨਾਲਿਸਿਸ ਕਰਾ ਲਓ ਲੈਬੋਰਟਰੀ ਵਿੱਚ, ਦੋਨਾਂ ਇਹ ਸੇਮ ਪ੍ਰੋਡਕਟ ਨਿਕਲਦਾ ਹੈ, ਉਹੀ ਕਿੰਨਾ ਅਮੋਨੀਆ, ਕ੍ਰਿਟਨਾਈਨ, ਯੂਰੀਆ, ਜੋ ਯੂਰਿਨ ਨਹੀਂ ਨਿਕਲੇਗਾ ਉਹੀ ਪਸੀਨੇ ਨਿਕਲੇਗਾ। ਅਤੇ ਹੁੰਦਾ ਕਿ ਗਰਮ ਪਾਣੀ 'ਚ ਬਹਿਣ ਨਾਲ ਇੱਕ ਤਾਂ ਤੁਹਾਡਾ ਪਸੀਨਾ ਨਿਕਲਦਾ ਹੈ, ਦੂਜਾ ਆਪਾਂ ਹੁਣ ਇਸ ਟਾਈਮ ਗੱਲ ਕਰ ਰਹੇ ਹਾਂ, ਸਾਡੇ ਕੋਲ 1 ਐਟਮੋਸਫੀਅਰ ਪ੍ਰੈਸ਼ਰ ਹੈ ਏਅਰ ਦਾ। ਜਦੋਂ ਆਪਾਂ ਪਾਣੀ ਦੇ ਵਿੱਚ ਬੈਠੇ ਹੋਵਾਂਗੇ ਸਾਡੇ ਉੱਤੇ 2 ਐਟਮੋਸਫੀਅਰ ਪ੍ਰੈਸ਼ਰ ਹੋ ਜਾਣਗੇ, ਇੱਕ ਪਾਣੀ ਦਾ, ਇੱਕ ਹਵਾ ਦਾ। ਉਹਦੇ ਨਾਲ ਕੀ ਹੋਵੇਗਾ, ਮੇਰੀ ਬੋਡੀ 'ਚ ਜਿਹੜਾ ਪ੍ਰੈਸ਼ਰ ਪਿਆ ਉਹਦੇ ਕਰਕੇ ਮੇਰੇ ਅੰਦਰ ਦੇ ਅੰਗਾਂ ਦੀ ਰਿਜਨਰੇਸ਼ਨ, ਰਿਪੇਅਰਿੰਗ, ਇੱਕ ਪ੍ਰੋਸੈਸ ਸਟਾਰਟ ਹੋ ਜਾਏਗਾ ਜਿੰਦਾ ਹੋਣ ਦਾ। ਅਤੇ ਤੁਸੀਂ ਹੈਰਾਨ ਹੋ ਜਾਓਗੇ, ਸਾਡੇ ਕੋਲ ਜਿੰਨੇ ਵੀ ਲੋਕ DTPA ਸਕੈਨ ਕਰਾਉਂਦੇ ਆ, ਕਿਡਨੀ ਫੇਲ ਦੇ ਆਉਂਦੇ ਆ, ਜਦੋਂ 3 ਮਹੀਨੇ ਬਾਅਦ ਦੁਬਾਰਾ ਸਕੈਨ ਕਰਾਇਆ ਜਾਂਦਾ ਹੈ, ਮੋਸਟਲੀ ਲੋਕਾਂ ਦੀ ਡਬਲ ਜਾਂ ਟ੍ਰਿਪਲ ਤੱਕ ਕਿਡਨੀ ਫੰਕਸ਼ਨ ਕਰਨ ਲੱਗ ਜਾਂਦੀ ਹੈ। ਅਤੇ ਮੇਰੇ ਕੋਲ ਹਾਈਐਸਟ ਰਿਜ਼ਲਟ ਹੈਗਾ 30 ਟਾਈਮਸ ਦਾ। ਇੱਕ ਬੰਦੇ ਦੀ ਕਿਡਨੀ 0.3% ਕੰਮ ਕਰਦੀ, 0.3, ਉਹਦੀ 3 ਮਹੀਨੇ ਬਾਅਦ 9% ਕੰਮ ਹੋ ਗਈ, ਯਾਨੀ ਕਿ 30 ਗੁਣਾ ਕਿਡਨੀ ਦਾ ਟਿਸ਼ੂ ਇੰਪਰੂਵ ਹੋ ਗਿਆ ਅਤੇ ਪੇਸ਼ੈਂਟ ਦਾ ਡਾਇਲਿਸਿਸ ਬੰਦ ਹੋ ਗਿਆ। ਦੇਖਿਆ ਜਾਵੇ ਤਾਂ ਲੋਕਾਂ ਨੂੰ ਇਹ ਸਮੱਸਿਆ ਜ਼ਿਆਦਾ ਆਂਦੀ ਕਿਉਂ, ਕਿਉਂਕਿ ਅੱਜ ਦੇ ਦੌਰ 'ਚ ਸਮੱਸਿਆਵਾਂ ਬਹੁਤ ਵੱਧ ਗਈਆਂ ਨੇ।
ਦੇਖੋ ਕਿਡਨੀ ਫੇਲ, ਲੀਵਰ ਫੇਲ ਜਾਂ ਕੈਂਸਰ, ਤਿੰਨਾਂ ਬਿਮਾਰੀਆਂ ਦਾ ਮੁੱਖ ਕਾਰਨ ਜਿਹੜਾ ਹੈ ਅੱਜ ਕੱਲ੍ਹ ਦਾ ਲਾਈਫ ਸਟਾਈਲ, ਅੱਜ ਕੱਲ੍ਹ ਦਾ ਖਾਣ ਪਾਨ, ਅੱਜ ਕੱਲ੍ਹ ਦੀ ਮਿਲਾਵਟ, ਅੱਜ ਕੱਲ੍ਹ ਦੀ ਨੈਗੇਟਿਵ ਸੋਚ ਤੇ ਦਵਾਈਆਂ ਦਾ ਅੰਧਾਧੁੰਦ ਇਸਤੇਮਾਲ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਪੁੱਛਦਾ, ਤੁਹਾਨੂੰ ਬੁਖਾਰ ਚੜ੍ਹਦਾ, ਤੁਸੀਂ ਕੀ ਕਰਦੇ ਹੋ? ਮੈਡੀਸਨ ਲੈਂਦੇ ਆ। ਬੁਖਾਰ ਚੜ੍ਹਨ ਤੇ ਕੜੀ ਮੈਡੀਸਨ ਨਹੀਂ ਲੈਣੀ ਹੁੰਦੀ। ਅੱਛਾ ਜੀ। ਬੁਖਾਰ, ਜ਼ੁਕਾਮ, ਖਾਂਸੀ, ਫੋੜਾ, ਫੁੰਸੀ, ਉਲਟੀ, ਇਹ 6 ਆਯੁਰਵੇਦ ਵਿੱਚ ਮਿੱਤਰ ਦੱਸੇ ਗਏ ਹੈ। ਅੱਛਾ ਜੀ। ਇਹਨਾਂ 'ਚ ਦਵਾਈ ਨਹੀਂ ਲੈਣੀ ਹੁੰਦੀ, ਸਿਰਫ ਪਰਹੇਜ਼ ਕਰਕੇ, ਇੱਛਾ ਸ਼ਕਤੀ ਦੇ ਨਾਲ 2 ਤੋਂ 5 ਦਿਨ ਦੇ ਅੰਦਰ ਇਹਨੂੰ ਵੈਸੇ ਹੀ ਠੀਕ ਕਰਨਾ ਹੁੰਦਾ ਹੈ, ਨੈਚੁਰਲ ਤਰੀਕੇ ਨਾਲ। ਜਿਵੇਂ ਪਹਿਲਾ ਬੁਖਾਰ ਦਾ ਲੱਛਣ ਆਵੇ, ਤੁਸੀਂ 3 ਦਿਨ ਵਾਸਤੇ ਖਾਣਾ ਛੱਡ ਦਿਓ, ਅੱਛਾ ਜੀ। ਭੋਜਨ ਤੇ ਆ ਜਾਓ, ਨਾਰੀਅਲ ਪਾਣੀ, ਮੌਸਮੀ ਦਾ ਜੂਸ, ਸੰਤਰੇ ਦਾ ਜੂਸ, ਇਸ ਤਰ੍ਹਾਂ ਦੀ ਚੀਜ਼ਾਂ ਪੀਓ। ਕੁਦਰਤੀ ਡਾਈਟ। ਕੁਦਰਤੀ ਡਾਈਟ, ਨੈਚੁਰਲ ਡਾਈਟ, ਰੱਬ ਦੀ ਬਣਾਈ ਚੀਜ਼, ਇਨਸਾਨ ਦੀ ਬਣਾਈ ਨਹੀਂ ਖਾਣੀ। ਦੂਜਾ, ਤੁਸੀਂ ਇੱਕ ਵੱਡਾ ਟੱਪ ਲਓ, ਬਾਲਟੀ ਲਓ, ਆਪਣੇ ਪਾਉ ਇੱਥੇ ਤੱਕ 40 ਡਿਗਰੀ ਟੈਂਪਰੇਚਰ, 42 ਡਿਗਰੀ ਟੈਂਪਰੇਚਰ ਵਿੱਚ ਪਾਉ ਡੁਬੋ ਦਿਓ, ਤੁਹਾਡੀ ਪਸੀਨਾ ਨਿਕਲੇਗਾ। ਇੱਕ 80 ਡਿਗਰੀ ਟੈਂਪਰੇਚਰ, ਮਤਲਬ ਗਰਮ ਗਰਮ ਉਬਲਦੀ ਹੋਈ ਚਾਹ ਵਕਨ ਗਰਮ ਪਾਣੀ ਜਾਂ ਹਰਬਲ ਟੀ ਕਾੜਾ ਬਣਾ ਕੇ ਉਹ ਨਾਲ ਨਾਲ ਗੁੱਟ-ਗੁੱਟ ਕਰਕੇ ਪੀਓ। ਅੱਧੇ ਘੰਟੇ ਦੇ ਅੰਦਰ ਤੁਹਾਡਾ ਬੁਖਾਰ 1.5 ਡਿਗਰੀ ਵਧੇਗਾ। ਅੱਧੇ ਘੰਟੇ ਦੇ ਅੰਦਰ ਵਧੇਗਾ ਪਹਿਲੇ, ਕਿਉਂਕਿ ਤੁਸੀਂ ਬੋਡੀ ਨੂੰ ਹੀਟ ਦਿੱਤੀ ਹੈ, ਤੁਸੀਂ ਬੋਡੀ ਨੂੰ ਸਪੋਰਟ ਕੀਤੀ ਹੈ, ਬੁਖਾਰ ਵਧਾਇਆ ਬੋਡੀ ਦਾ, ਲੇਕਿਨ ਅਗਲੇ ਘੰਟੇ ਦੇ ਅੰਦਰ ਉਹ ਐਂ ਕਰਕੇ ਥੱਲੇ ਆ ਜਾਏਗਾ। ਅਗਰ ਤੁਸੀਂ 2 ਵਾਰੀ ਲਗਭਗ ਐਵੇਂ ਕਰ ਲਓ, ਇੱਕ ਦਿਨੇ ਸਵੇਰੇ ਸ਼ਾਮ 2 ਵਾਰੀ, ਜਾਂ ਇੱਕ ਦਿਨ ਅੱਧਾ ਘੰਟਾ, ਅਗਲੇ ਦਿਨ ਅੱਧਾ ਘੰਟਾ, ਜਾਂ ਤੋਂ ਲੈ ਕੇ 2 ਘੰਟੇ ਤੱਕ, 2 ਦਿਨਾਂ ਦੇ ਅੰਦਰ ਵਾਇਰਸ ਬੋਡੀ 'ਚ ਨਿਊਟਰਲਾਈਜ਼ ਹੋ ਜਾਂਦਾ ਹੈ, ਮਰ ਜਾਂਦਾ ਹੈ, ਕਿਉਂਕਿ ਵਾਇਰਸ ਕੈਨ ਨਾਟ ਸਰਵਾਈਵ ਇਨ ਹੀਟ। ਇਹ ਰਿਸਰਚ ਹੈ। ਤੁਸੀਂ ਆਪਣੇ ਵਾਇਰਸ ਨੂੰ ਮਾਰਤਾ, ਤੁਹਾਡਾ ਬੁਖਾਰ ਚੜਿਆ ਹੀ ਨਹੀਂ, ਖੁਦ ਹੀ ਬੋਡੀ ਨੇ ਖੁਦ ਹੀ ਆਪਣੇ ਆਪ ਹੀ ਉਹਨੂੰ ਹਰਾਤਾ, ਤੇ ਤੁਹਾਨੂੰ 5 ਦਿਨ ਰੈਸਟ ਵੀ ਨਹੀਂ ਕਰਨਾ, ਤੇ ਆਪਾਂ ਕੋਈ ਗੋਲੀ ਵੀ ਨਹੀਂ ਖਾਧੀ। ਤੇ ਅਗਰ ਜ਼ੁਕਾਮ ਵੀ ਨਾਲ ਆ ਰਿਹਾ ਹੈ, ਤੇ ਇੱਕ ਪਿਚਕੂ ਬੋਤਲ ਹੁੰਦੀ ਹੈ 100 ਸਾਲੀ, ਉਹਦੇ ਵਿੱਚ ਕੋਸਾ ਪਾਣੀ ਲੈ ਲਓ, ਨਮਕ ਪਾ ਕੇ ਐ ਮੂੰਹ ਟੇਢਾ ਕਰਕੇ ਬਹਿ ਕੇ ਥੱਲੇ ਨੱਕ ਤੇ ਐ ਦੱਬੋ ਉਹਨੂੰ, ਤੇ ਉਹ ਪਾਣੀ ਇੱਧਰੋਂ ਨਿਕਲ ਆਏਗਾ। ਫਿਰ ਐ ਕਰਕੇ ਇੱਧਰੋਂ ਦੱਬੋ, ਇੱਧਰੋਂ ਨਿਕਲ ਆਏਗਾ, ਤੁਹਾਡਾ ਉਹ ਨੱਕ ਵਾਲਾ ਮਿਊਕਸ ਵਾਇਰਸ ਵੀ ਖਤਮ ਹੋ ਜਾਏਗਾ। ਤੇ ਤੁਹਾਨੂੰ ਜੋ ਪਿੱਛੇ ਇੰਨਾ ਵੱਡਾ ਪੈਂਡੈਮਿਕ ਜਿਹਨੂੰ ਮੈਂ ਕਹਿੰਦਾ ਉਹ ਚੱਲਿਆ, ਅਗਰ ਕਿਸੇ ਨੂੰ ਇਹ ਵਾਲਾ ਵੀ ਕੁਝ ਹੋਊਗਾ, ਕਿਉਂਕਿ ਨਾਮ ਲਵਾਂਗਾ ਨਾ, ਇਹ ਵੀਡੀਓ ਚੱਲਣੀ ਨਹੀਂ, ਕਿਉਂਕਿ ਜਿਸ ਵੀਡੀਓ ਵਿੱਚ ਆ ਸੂਈ ਦਾ ਦੂਜਾ ਨਾਮ ਲੈ ਲਓ ਜਾਂ ਨਵਾਂ ਨਾਮ ਲੈ ਲਓ, ਜਿਹੜੀ ਬਿਮਾਰੀ ਜਿਹਨੂੰ ਆਪਾਂ ਪੈਂਡੈਮਿਕ ਕਹਿੰਦੇ ਆ, ਉਹ ਵੀਡੀਓ ਫਿਰ ਮਤਲਬ ਇਹ ਤੁਹਾਡਾ YouTube Facebook ਉਹਨੂੰ ਰਿਸਟ੍ਰਿਕਟ ਕਰ ਦਿੰਦੇ ਆ, ਉਹ ਫਿਰ ਚਲਦੀ ਨਹੀਂ ਅੱਗੇ। ਆਯੁਰਵੈਦਿਕ ਦੀ ਚੱਲ ਪਈ ਆ, ਸੋ ਤੁਸੀਂ ਖੁਦ ਆਯੁਰਵੈਦ ਦੇ ਐਕਸਪਰਟ ਹੋ, ਲੋਕੀ ਆਂਦੇ ਕਿਉਂ ਨਹੀਂ ਇੱਧਰ, ਅਵੇਅਰ ਕਿਉਂ ਨਹੀਂ ਹੋ ਰਹੇ ਇਹਦੇ? ਪਹਿਲਾਂ ਨਾਲ ਲੋਕ ਨਾ, ਇੱਕ ਲੋਕਾਂ ਦੀ ਵੀ ਗਲਤੀ ਹੈਗੀ ਹੈ, ਇੱਕ ਇਹਦੇ ਵਾਸਤੇ ਗਲਤੀ ਨਾ ਮੈਡੀਕਲ ਮਾਫੀਆ ਦੀ ਵੀ ਹੈ। ਮੈਂ ਤੁਹਾਨੂੰ ਸਾਹਮਣੇ ਕਲੀਅਰ ਕਰਾਂਗਾ, ਇਹ ਮੈਡੀਕਲ ਮਾਫੀਆ ਨਾ ਪੂਰੀ ਪਲੈਨਿੰਗ ਨਾਲ ਕੰਮ ਕਰਦਾ ਹੈ। ਦੇਖੋ, ਤੁਹਾਨੂੰ ਮੈਂ ਅੰਗਰੇਜ਼ੀ ਡਾਕਟਰ ਦੀ ਡਿਗਰੀ ਦਾ ਨਾਮ ਦੱਸੋ, ਤੁਸੀਂ ਕੀ ਹੈ? ਅੰਗਰੇਜ਼ੀ ਡਾਕਟਰ ਨੂੰ ਕੀ ਕਹਿੰਦੇ ਆ? MBBS ਕਰਦੇ ਨੇ ਜੀ। ਉਹਦੀ ਡਿਗਰੀ ਦੀ ਫੁੱਲ ਫਾਰਮ ਕੀ ਹੈ? ਡਾਕਟਰਾਂ ਨੂੰ ਵੀ ਨਹੀਂ ਪਤਾ, ਕਿਉਂਕਿ ਐਕਚੁਅਲ ਡਿਗਰੀ ਦਾ ਨਾਮ ਹੈ BMBS, ਬੈਚਲਰ ਆਫ ਮੈਡੀਸਨ, ਬੈਚਲਰ ਇਨ ਸਰਜਰੀ। ਤੇ ਆਯੁਰਵੈਦਿਕ ਡਾਕਟਰ ਦੀ ਡਿਗਰੀ ਕੀ ਹੈ? BAMS। ਹੋਮਿਓਪੈਥੀ ਦੀ ਕੀ ਹੈ? BHMS, ਯਾਨੀ ਕਿ ਸਾਰੀ ਬੈਚਲਰ ਡਿਗਰੀਆਂ ਹੈ, ਲੇਕਿਨ ਇਹ ਜਾਣਬੁੱਝ ਕੇ M ਲਿਖਦੇ ਹੈ, MBBS। ਮਾਸਟਰ ਡਿਗਰੀ ਲੱਗਦੀ ਹੈ ਲੋਕਾਂ ਨੂੰ, ਜਦਕਿ ਮਾਸਟਰ ਡਿਗਰੀ ਹੈ ਨਹੀਂ, ਉਹ BMBS ਦਾ ਹੀ ਲੈਟਿਨ ਨੇਮ ਹੈ ਬੇਸਿਕਲੀ। ਮਤਲਬ ਇੱਕ ਤਰ੍ਹਾਂ ਤੋਂ ਪਹਿਲਾਂ ਤੋਂ ਹੀ ਫਰਜ਼ੀਵਾੜਾ ਸ਼ੁਰੂ ਕੀਤਾ ਗਿਆ ਅੰਗਰੇਜ਼ਾਂ ਦੇ ਦੁਆਰਾ, ਅੰਗਰੇਜ਼ੀ ਪੱਤੀ ਦੇ ਦੁਆਰਾ, ਕਿ ਆਪਾਂ ਲੋਕਾਂ ਤੋਂ ਸੁਪੀਰੀਅਰ ਦਿਖੀਏ, ਯਾਨੀ ਕਿ ਦੂਜੇ ਡਾਕਟਰ ਝੋਲਾ ਛਾਪ, ਅਸੀਂ ਵੱਡੇ ਡਾਕਟਰ। ਹੁੰਦਾ ਕੀ ਹੈ, ਲੋਕ ਆਪਣੀ ਛੋਟੀ ਬਿਮਾਰੀ ਵਾਸਤੇ, ਮੈਨੇਜਮੈਂਟ ਵਾਸਤੇ ਵੀ ਐਲੋਪੈਥੀ ਚਲੇ ਜਾਂਦੇ ਆ। ਦੇਖੋ, 2 ਤਰੀਕੇ ਹੈ, ਐਲੋਪੈਥੀ ਐਮਰਜੈਂਸੀ ਅੱਛੀ ਹੈ, ਮੈਨੇਜਮੈਂਟ ਵਾਸਤੇ ਆਯੁਰਵੇਦ ਅੱਛਾ ਹੈ, ਲੇਕਿਨ ਲੋਕ ਉਲਟਾ ਕਰ ਰਹੇ ਹੈ, ਮੈਨੇਜਮੈਂਟ ਵਾਸਤੇ ਐਲੋਪੈਥੀ ਜਾਂਦੇ ਹੈ, ਫਿਰ ਸੀਰੀਅਸ ਹੋ ਕੇ ਐਲੋਪੈਥੀ ਜਦੋਂ ਨਿਰਾਸ਼ ਹੁੰਦੇ ਆ ਉਦੋਂ ਆਯੁਰਵੇਦ ਜਾਂਦੇ ਆ, ਉਦੋਂ ਆ ਕੇ ਕਹਿੰਦੇ ਸਾਨੂੰ ਗਰੰਟੀ ਦੇ ਦਿਓ ਜੀ, ਸਾਨੂੰ ਠੀਕ ਕਰ ਦਿਓ ਜੀ। ਅਸੀਂ ਕੀ ਜੀ ਕਰਦਾ, ਪਹਿਲਾਂ ਲੰਬਾ ਪਾ ਕੇ ਕੁੱਟੋ ਪਹਿਲਾਂ ਇਹਨਾਂ ਨੂੰ ਫੜ ਕੇ, ਕਿ ਤੁਸੀਂ ਪਹਿਲਾਂ ਗਏ ਕਿਉਂ ਸੀ ਉੱਧਰ। ਮਤਲਬ ਕਹਿਣ ਦਾ ਮਤਲਬ ਸਿਰਫ ਇੱਕੋ ਹੈ ਕਿ ਲੋਕ ਗਲਤ ਨੇ, ਆਪਣੇ ਆਪ ਨੂੰ ਗਲਤੀ ਨਹੀਂ ਮੰਨ ਰਹੇ, ਲੇਕਿਨ ਉਹਦੇ ਪਿੱਛੇ ਮਾਫੀਆ ਵੀ ਗਲਤ ਹੈ। ਕੁਝ ਗਲਤੀ ਆਯੁਰਵੇਦਾਚਾਰਿਆ ਦੀ ਵੀ ਹੈਗੀ ਹੈ, ਆਯੁਰਵੇਦ ਡਾਕਟਰਸ ਦੀ ਵੀ ਹੈਗੀ ਹੈ, ਕੁਝ ਸਰਕਾਰਾਂ ਦੀ ਵੀ ਹੈਗੀ ਹੈ, ਕਿਉਂਕਿ ਆਯੁਰਵੇਦ ਨੂੰ ਲੈ ਕੇ ਪਾਲਿਸੀ ਕਲੀਅਰਸ ਨਹੀਂ ਗਈਆਂ, ਆਯੁਰਵੇਦ ਨੂੰ ਲੈ ਕੇ ਫੈਸਿਲਿਟੀ ਹੈ ਨਹੀਂ। ਜਿਵੇਂ ਹੁਣ ਇੱਕ ਤੁਹਾਨੂੰ ਛੋਟਾ ਜਿਹਾ ਸਵਾਲ ਪੁੱਛਦਾ ਮੈਂ, ਆਪਾਂ ਪੰਜਾਬ ਵਿੱਚ ਬੈਠੇ ਹਾਂ, ਪੰਜਾਬ ਵਿੱਚ ਕੋਈ ਵੀ ਬੰਦਾ ਜਿੰਦਾ ਆਯੁਸ਼ਮਾਨ ਕਾਰਡ ਬਣਿਆ ਹੋਇਆ ਹੈ, ਜਾਂ ਜੋ ਵੀ ਸਰਕਾਰੀ ਕਰਮਚਾਰੀ ਹੈ, ਸਰਕਾਰੀ ਕਰਮਚਾਰੀ ਦਾ ਬਿੱਲ ਪਾਸ ਹੁੰਦਾ ਹੈ ਐਲੋਪੈਥੀ ਦਾ, ਆਯੁਰਵੇਦ ਵਿੱਚ ਬਿੱਲ ਹੀ ਨਹੀਂ ਹੈਗਾ, ਸਿਸਟਮ ਹੀ ਹੈ ਨਹੀਂ, ਬਿੱਲ ਵੀ ਨਹੀਂ ਪਾਸ ਹੁੰਦੇ। ਹੁਣ ਆਯੁਸ਼ਮਾਨ ਕਾਰਡ ਵਾਲਾ ਨਾਮ ਕੀ ਹੈ ਯੋਜਨਾ ਦਾ? ਆਯੁਸ਼ਮਾਨ। ਆਯੁਸ਼ ਉਹਦੇ 'ਚ ਹੈ ਹੀ ਨਹੀਂ, ਆਯੁਰਵੇਦ ਹੈ ਹੀ ਨਹੀਂ ਵਿੱਚ। ਆਯੁਰਵੇਦ ਦੀ ਗੱਲ ਕਰਦੇ, ਚਲੋ ਥੋੜੀ ਪੋਲੀਟੀਕਲ ਆ ਗਈ ਗੱਲ, ਤੇ ਪੁਰਾਣਾ ਇਲਾਜ ਤਾਂ ਇੰਡੀਆ ਦਾ ਇਹੀ ਸੀਗਾ, ਫਿਰ ਪਿੱਛੇ ਕਿਉਂ ਰਹਿ ਗਿਆ? ਇਹ ਜਦੋਂ ਅੰਗਰੇਜ਼ਾਂ ਨੇ ਸਾਡੇ ਤੇ 200 ਸਾਲ ਰਾਜ ਕੀਤਾ ਨਾ,
ਤੇ ਉਹਨਾਂ ਨੇ ਇਸ ਤਰੀਕੇ ਦੀ ਪਲੈਨਿੰਗ ਬਣਾਈ ਪਹਿਲਾਂ ਹੀ 1857 ਦੀ ਜਦੋਂ ਗਦਰ ਹੋਇਆ ਸੀ, ਇੱਕ ਕ੍ਰਾਂਤੀ ਹੋਈ ਸੀ, ਉਦੋਂ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ ਸੀ। ਮੰਗਲ ਪਾਂਡੇ ਵਾਲੀ ਸੁਣੀਏ, ਲਾੜੀ ਲక్ష్ਮੀ ਬਾਈ, ਤਾਤਿਆ ਟੋਪੇ, ਉਹਨਾਂ ਦਾ ਨੁਕਸਾਨ ਹੋਇਆ ਸੀ। ਤੇ ਅੰਗਰੇਜ਼ਾਂ ਦੇ ਇੱਕ ਥਿੰਕ ਟੈਂਕ ਨੇ ਇੱਕ ਪਲੈਨਿੰਗ ਕੀਤੀ ਕਿ ਅਗਰ ਇਸ ਤਰ੍ਹਾਂ ਦੀ ਕ੍ਰਾਂਤੀ ਦੁਬਾਰਾ ਹੋ ਗਈ ਤੇ ਆਪਾਂ ਫਿਰ ਸਾਨੂੰ ਦੇਸ਼ ਛੱਡਣਾ ਪਏਗਾ, ਤੇ ਅਸੀਂ ਕੁਝ ਐਸੀ ਤਰ੍ਹਾਂ ਦੀ ਪਲੈਨਿੰਗ ਬਣਾਈਏ, ਕੁਝ ਇਸ ਤਰ੍ਹਾਂ ਦਾ ਮਾਡਲ ਬਣਾਈਏ, ਕੋਈ ਸਿਸਟਮ ਬਣਾਈਏ ਕਿ ਇਹ ਦੇਸ਼ ਆਜ਼ਾਦ ਵੀ ਹੋ ਜਾਵੇ ਲੇਕਿਨ ਸਾਡਾ ਗੁਲਾਮ ਵੀ ਰਵੇ। ਉਹਨਾਂ ਨੇ ਕੀ ਕੀਤਾ, ਸਾਡੀ ਸਿੱਖਿਆ ਦੇ ਉੱਤੇ ਅਟੈਕ ਕੀਤਾ। ਉਹਦੇ 'ਚ ਤਰੀਕਾ ਐਵੇਂ ਦਾ ਵਾੜਤਾ ਜਿਹੜਾ ਅੱਜ ਤੱਕ ਨਹੀਂ ਆਪਾਂ ਨਿਕਲ ਪਾਏ। ਜਿਹੜਾ CBSE ਬੋਰਡ, ਅੰਗਰੇਜ਼ੀ ਸਿੱਖਿਆ ਪੱਤੀ, ਉਹ ਸਾਡੇ ਬੱਚੇ ਦਿਲ ਤੋਂ ਤਾਂ ਹੁੰਦੇ ਹੈ ਪੰਜਾਬੀ, ਹਿੰਦੂ ਜਾਂ ਕੋਈ ਅਲੱਗ, ਲੇਕਿਨ ਉਹਨਾਂ ਨੂੰ ਇੰਗਲਿਸ਼ ਵਿੱਚ ਬੋਲ ਕੇ ਰਿਕੋਗਨੀਸ਼ਨ ਮਿਲਦੀ ਹੈ, ਇੱਕ ਸਨਮਾਨ ਮਿਲਦਾ, ਉਹ ਲੱਗਦਾ ਇੰਗਲਿਸ਼ ਵਧੀਆ। ਉਹ ਨਾ ਇੱਧਰ ਦੇ ਰਹਿੰਦੇ ਨਾ ਉੱਧਰ ਦੇ ਰਹਿੰਦੇ ਹੈ। ਉਹਨਾਂ ਨੇ ਕੀ ਕੀਤਾ ਕਿ ਇਹ ਰਹਿਣਗੇ ਭਾਰਤੀ ਲੇਕਿਨ ਸਾਡਾ ਦਿਮਾਗ ਇਹਨਾਂ ਦਾ ਹੋ ਜਾਏਗਾ ਵੈਸਟਰਨ। ਦੂਜਾ, ਉਹਨਾਂ ਨੇ ਸਾਡੀ ਚਿਕਿਤਸਾ ਪੱਤੀ 'ਤੇ ਅਟੈਕ ਕੀਤਾ। ਉਹਨਾਂ ਨੇ 1896 'ਚ ਇੱਕ ਐਪੀਡੈਮਿਕ ਐਕਟ ਬਣਾਇਆ ਉਹਨੇ ਆਪਣਾ ਅੰਗਰੇਜ਼ਾਂ ਨੇ। ਕੀ ਬਣਾਇਆ ਕਿ ਜੋ ਵੀ ਪ੍ਰੈਕਟਿਸ ਕਰ ਰਿਹਾ ਹੈ ਜੋ ਕਿ ਐਲੋਪੈਥੀ ਨਹੀਂ ਗਈ, ਉਹ ਝੋਲਾ ਛਾਪ ਹੈ, ਉਹਨੂੰ ਬੈਨ ਕਰਤਾ। ਫਿਰ ਹੋਇਆ ਕਿ 1896 'ਚ ਐਕਟ ਬਣਿਆ, ਪੜ੍ਹੇ ਲਿਖੇ ਲੋਕਾਂ ਨੇ ਵੈਦਾਂ ਦੀ ਕੰਪਲੇਂਟ ਸ਼ੁਰੂ ਕਰਤੀ ਕਿਉਂਕਿ ਉਸ ਟਾਈਮ ਭਾਰਤ 'ਤੇ ਪਲੇਗ ਫੈਲਿਆ ਸੀ। ਇਹਨਾਂ ਨੂੰ ਜੇਲ੍ਹਾਂ 'ਚ ਪਾਇਆ, ਇਹਨਾਂ ਨੂੰ ਫਾਂਸੀ 'ਤੇ ਲਟਕਾਇਆ, ਕਈਆਂ ਨੂੰ ਸਜ਼ਾ ਦਿੱਤੀ। ਤੇ ਹੋਇਆ ਕਿ ਜਿਹੜੇ ਪੁਰਾਣੇ ਵੈਦ ਸੀ ਨਾ ਉਹ ਧੰਦਾ ਹੀ ਛੱਡ ਗਏ। ਉਹਨਾਂ ਨੇ ਅਗਲੀ ਪੀੜ੍ਹੀ ਨੂੰ ਆਪਣੀ ਸਿੱਖਿਆ ਟ੍ਰਾਂਸਫਰ ਨਹੀਂ ਕੀਤੀ ਕਿਉਂਕਿ ਡਰ ਗਏ। ਪੂਰੀ ਦੁਨੀਆ ਵਿੱਚ 21 ਸਰਜਰੀ ਦਾ ਸਭ ਤੋਂ ਵੱਡਾ ਕੇਂਦਰ ਸੀ ਕਾਂਗੜਾ। ਤੁਸੀਂ ਨਾਮ ਵੀ ਨਹੀਂ ਸੁਣੋਗੇ ਅੱਜ, ਅੰਗਰੇਜ਼ਾਂ ਦੀ ਡਾਇਰੀ 'ਚ ਹੀ ਲਿਖਿਆ ਹੋਇਆ ਹੈ। ਤੇ ਇੱਕ ਅੰਗਰੇਜ਼ ਹੈ ਡਾਕਟਰ ਓਲੀਵਰ, ਉਹ 1764 ਦੇ ਆਸ-ਪਾਸ ਇੰਡੀਆ 'ਚ ਆਇਆ। ਉਹ ਆਪਣੀ ਡਾਇਰੀ 'ਚ ਲਿਖ ਰਿਹਾ ਹੈ ਕਿ ਮੈਂ ਪਹਿਲੀ ਵਾਰੀ ਵੈਕਸੀਨ ਲਗਾਉਂਦੇ ਭਾਰਤੀਆਂ ਨੂੰ ਦੇਖਿਆ। ਉਹਦੀ ਡਾਇਰੀ ਲਿਖਿਆ ਹੋਇਆ ਹੈ। ਭਾਈ ਰਾਜੀਵ ਦੀਕਸ਼ਿਤ ਹੈ ਜਿਹੜੇ ਨੈਚੁਰੋਪੈਥੀ ਦੇ ਬਹੁਤ ਵੱਡੇ ਸਮਰਥਕ ਸੀ, ਉਹਨਾਂ ਨੇ ਬਕਾਇਦਾ ਉਹਦਾ ਡਾਕੂਮੈਂਟ ਵੀ ਪੇਸ਼ ਕੀਤਾ ਸੀ ਕਿ ਡਾਕਟਰ ਓਲੀਵਰ ਕਹਿ ਰਿਹਾ ਹੈ ਕਿ ਦੁਨੀਆ ਵਿੱਚ ਚੇਚਕ ਫੈਲਿਆ ਹੋਇਆ ਸੀਗਾ। ਅਸੀਂ ਇੰਡੀਆ ਆਏ, ਅੰਗਰੇਜ਼ਾਂ ਦਾ ਗੁਲਾਮ ਸੀ ਭਾਰਤ। ਅਸੀਂ ਬੰਗਾਲ ਵਿੱਚ ਦੇਖਿਆ ਇੱਕ ਵੈਦ ਬੈਠਾ ਹੋਇਆ ਇੱਕ ਕਟੋਰੀ 'ਚ ਪਸ ਲੈ ਕੇ, ਪਸ ਮਤਲਬ ਚੇਚਕ ਦੀ ਪਸ, ਚੇਚਕ ਮਤਲਬ ਵੱਡੀ ਮਾਤਾ ਛੋਟੀ ਮਾਤਾ ਜਿਹੜੀ ਆਪਾਂ ਬਚਪਨ 'ਚ ਸੁਣਿਆ, ਹਾਂ, ਉਹ ਪਸ ਨੂੰ ਐਂ ਕਰਕੇ ਟੂਥਪਿਕ ਨਾਲ ਐਂ ਮਾਰੀ ਜਾਂਦਾ ਸਭ ਨੂੰ। ਅੱਛਾ ਜੀ, ਮਤਲਬ ਇਹ ਵੈਕਸੀਨੇਸ਼ਨ ਕਰ ਰਿਹਾ ਬੇਸਿਕਲੀ, ਲੋਕਾਂ ਨੂੰ ਇਮਿਊਨ ਕਰ ਰਿਹਾ ਕਿ ਤੁਸੀਂ, ਤੇ ਨਾਲ ਪਤਾ ਕੀ ਬੋਲ ਰਿਹਾ, 3 ਦਿਨ ਤੁਸੀਂ ਖਾਣਾ ਨਹੀਂ ਖਾਣਾ, ਹੁਣ 1 ਹਫ਼ਤੇ ਦੁੱਧ ਬਣੀ ਚੀਜ਼ਾਂ ਨਹੀਂ ਖਾਣੀਆਂ, ਪਰਹੇਜ਼ ਵੀ ਦੱਸ ਰਿਹਾ। ਉਹ ਵੈਕਸੀਨੇਸ਼ਨ ਹੋ ਗਈ। ਉਹ ਕਹਿੰਦੇ ਅਸੀਂ ਤਾਂ ਉੱਥੋਂ ਆ ਕੇ ਸਿੱਖਿਆ। ਤੇ ਰਿਚਰਡ ਤੇ ਚੇਚਕ ਦੇ ਵੈਕਸੀਨ ਦਾ ਅਵਿਸ਼ਕਾਰਕ ਕਿਹਨੂੰ ਕਹਿੰਦੇ ਆ? ਐਡਵਰਡ ਜੇਨਰ ਨੂੰ। ਤੇ ਇਹ ਸਭ ਦੇਸ਼ ਵਿੱਚ ਧੋਖਾ ਅੰਗਰੇਜ਼ਾਂ ਦਾ ਪਾਇਆ ਹੋਇਆ ਹੈ। ਦੂਜਾ, ਫਿਰ ਅੰਗਰੇਜ਼ ਕਦੀ ਇਸ ਦੇਸ਼ ਵਿੱਚ ਇੱਕ ਸਿਸਟਮ ਦੇ ਕੇ ਗਏ ਜਿਹਨੂੰ ਆਪਾਂ ਪ੍ਰਸ਼ਾਸਨਿਕ ਸਿਸਟਮ ਕਹਿੰਦੇ ਆ, ਪ੍ਰਸ਼ਾਸਨਿਕ ਸਿਸਟਮ ਤੇ ਜੁਡੀਸ਼ਰੀ। ਅੱਜ ਮੈਨੂੰ ਦੱਸੋ ਜੁਡੀਸ਼ਰੀ ਵਿੱਚ ਕੋਈ ਖੁਸ਼ ਹੈ? 3 ਕਰੋੜ ਭਾਰਤ ਦੇ ਕੇਸ ਲੰਬਿਤ ਹੈ ਬਿਕੋਜ਼ ਆਫ ਅੰਗਰੇਜ਼ਾਂ ਦੇ ਬਣਾਏ ਸਿਸਟਮ ਦੀ ਵਜ੍ਹਾ ਤੋਂ। ਅੱਜ ਜਦੋਂ ਅੰਗਰੇਜ਼ ਨਹੀਂ ਸੀਗੇ ਉਦੋਂ ਭਾਰਤ ਵਿੱਚ ਕੀ ਫੈਸਲੇ ਨਹੀਂ ਹੁੰਦੇ ਸੀ? ਰਾਜਾ ਪਟਵਾਰੀ ਬੈਠਦੇ ਸੀ, ਇਹਦਾ ਸੁਣਿਆ ਉਹਦਾ ਸੁਣਿਆ, ਸਬੂਤ ਦੇਖੇ, ਖਤਮ ਕਰਿਆ, ਫੈਸਲਾ ਕੀਤਾ, ਖਤਮ। ਅੱਜ ਕੱਲ੍ਹ ਕੀ ਹੈ? ਵਕੀਲਾਂ ਨੇ ਵੀ ਧੰਦਾ ਬਣਾਇਆ ਹੋਇਆ ਹੈ, ਜੱਜਾਂ ਨੇ ਵੀ ਧੰਦਾ ਬਣਾਇਆ ਹੋਇਆ ਹੈ, ਲੱਗੇ ਹੋਏ 8-8 ਸਾਲ 25-25 ਸਾਲ ਲੋਕ ਮਰ ਜਾਂਦੇ ਆ, ਉਸ ਤੋਂ ਬਾਅਦ ਫੈਸਲਾ ਆਉਂਦਾ ਹੈ। ਮੈਂ ਇੱਕ ਕੇਸ ਕੀਤਾ ਸੀ 1999 'ਚ, ਕਿਸੇ ਨੇ ਮੇਰੇ ਚੈੱਕ ਦੇ ਉੱਤੇ ਬੈਂਕ ਦੇ ਅੰਦਰ ਜਾ ਕੇ ਸਾਈਨ ਕਰਤੇ, ਉਹਦੇ 'ਚ ਹਜੇ ਮੇਰੇ ਬਿਆਨ ਹੀ ਨਹੀਂ ਹੋਏ। ਅੱਜ 23 ਸਾਲ ਹੋ ਗਏ। ਤੂੰ ਸੋਚੋ ਕਦੋਂ ਤਾਂ ਮੇਰੇ ਬਿਆਨ ਹੋਣਗੇ, ਕਦੋਂ ਉਹਨਾਂ ਨੂੰ ਜੱਜ ਸਜ਼ਾ ਸੁਣਾਊਗਾ ਤੇ ਕਦੋਂ ਉਹਨਾਂ ਨੂੰ ਕੁਝ ਹੋਊਗਾ। ਉਹ ਫਿਰ ਉਹ ਉੱਤੇ ਹਾਈ ਕੋਰਟ ਚਲੇ ਜਾਣਗੇ, ਫਿਰ ਉਹ ਸੁਪਰੀਮ ਕੋਰਟ ਚਲੇ। ਮੇਰੇ ਵਾਲਾ ਜਿਹੜਾ ਕੇਸ ਹੈ ਨਾ, ਉਹ ਆਪਣੀ ਤਰ੍ਹਾਂ ਦਾ ਇੰਡੀਆ 'ਚ ਪਹਿਲਾ ਕੇਸ ਸੀਗਾ ਕਿ ਤੁਸੀਂ ਮੈਨੂੰ ਚੈੱਕ ਦਿੱਤਾ, ਮੈਂ ਬੈਂਕੇ ਲਾਤਾ, ਤੁਸੀਂ ਬੈਂਕ ਦੇ ਅੰਦਰ ਜਾ ਕੇ ਉਸ ਦੇ ਉੱਤੇ ਸਾਈਨ ਇੱਕ ਹੋਰ ਮਾਰਤੇ ਤੇ ਮੇਰਾ ਚੈੱਕ ਵਾਪਸ ਆ ਗਿਆ। ਯਾਨੀ ਕਿ ਬੈਂਕ ਦੇ ਮੈਨੇਜਰ ਦੇ ਨਾਲ ਮਿਲੀ ਭਗਤ ਕਰਕੇ ਉਹ ਹੋਇਆ ਕਿ ਮੇਰੇ ਕੋਲ ਚੈੱਕ ਦੀ ਫੋਟੋਕਾਪੀ ਸੀਗੀ। ਲੇਕਿਨ ਮੈਂ ਜਸਟ ਐਗਜ਼ਾਮਪਲ ਦੇ ਰਿਹਾ ਕਿ ਇਸ ਤਰ੍ਹਾਂ ਸੋਚੋ ਕੀ ਦੇਸ਼ ਚੱਲ ਰਿਹਾ ਹੈ। ਤੇ ਆਪਾਂ ਨੂੰ ਇਹ ਅੰਗਰੇਜ਼ੀ ਮਾਨਸਿਕਤਾ ਛੱਡਣ ਦੀ ਲੋੜ ਹੈ। ਮੈਂਟੈਲਿਟੀ ਸੈੱਟ ਕਰਤੀ ਸਾਡੀ। ਇਹ ਜਿਹੜਾ ਮਾਡਰਨ ਚਿਕਿਤਸਾ ਪੱਤੀ ਹੈ ਨਾ, ਇਹ ਬਣਾਈ ਇਸ ਤਰੀਕੇ ਗਈ, ਤੁਹਾਨੂੰ BP ਹੈ ਗੋਲੀ ਖਾਓ, ਕਦੋਂ ਤੱਕ ਖਾਓ? ਜ਼ਿੰਦਗੀ ਭਰ ਖਾਓ। ਤੁਹਾਨੂੰ ਸ਼ੂਗਰ ਹੈ ਗੋਲੀ ਖਾਓ, ਕਦੋਂ ਤੱਕ ਖਾਓ? ਜ਼ਿੰਦਗੀ भर खाओ। ਤੁਹਾਨੂੰ थायराइड है गोली खाओ, कदों तक खाओ? भगवान का नाम लेना मत भूल जाना, रोज गोली खाना याद रखना और ज़िंदगी भर खाओ। तो आपको ना एक ग्राहक उपभोक्ता मानकर आपके आसपास ट्रीटमेंट चल रहा है, और ट्रीटमेंट नहीं है, मैनेजमेंट है। ट्रीटमेंट उसको बोलते हैं, इलाज उसको बोलते हैं जो चले और बंद हो जाए। जैसे हम किडनी पे कर रहे हैं, लीवर फेल पे कर रहे हैं, कैंसर में कर रहे हैं। थैलीसीमिया एक ऐसी बीमारी जिसमें हर हफ्ते 10 दिन में बच्चे को ब्लड चढ़ता है और 25-30 साल में बच्चा मर भी जाता है।
बच्चा जीता नहीं है, क्योंकि ब्लड चढ़ चढ़ के बॉडी में आयरन और पोटेशियम कई लेवल बिगड़ जाते हैं और बच्चे की मौत हो जाती है। अभी भारत में 49 बच्चे हमारे पहले बैच में आए थे, जिसमें से 38 बच्चे बिल्कुल ठीक हो चुके हैं, जिनको पिछले 45 दिन में 50 दिन में एक बोतल क्या एक बूंद भी ब्लड नहीं चढ़ा। सिर्फ कुछ बच्चों को 25 दिन में या 40 दिन में एक आधी बार थोड़ा सा चढ़ाना पड़ा, पूरा नहीं, पूरा एक को भी नहीं चढ़ा 49 के 49 बच्चों में। तो ये पहली बार आविष्कार है। तो भारत सरकार को तो हमारे जैसों को नोबेल प्राइज देना चाहिए, वो तो दूर दी गल है, कोई पुछदा भी नहीं। ਚਾਰਿਆ ਜੀ ਗੱਲ ਫਿਰ ਉੱਥੇ ਕਰ ਲੈਂਦੇ ਹਾਂ, ਕਿਉਂਕਿ ਹਿਮ ਹਸਪੀਟਲ 'ਚ ਪਤਾ ਲੱਗਿਆ ਕਿ ਬਿਨਾਂ ਮੈਡੀਸਨ ਤੋਂ ਇਲਾਜ ਕੀਤਾ ਜਾਂਦਾ। ਨਹੀਂ ਮੈਡੀਸਨ ਉੱਥੇ ਮੈਡੀਸਨ ਨਹੀਂ ਦਿੰਦੇ, ਲੇਕਿਨ ਜੜੀ ਬੂਟੀਆਂ ਦਿੰਦੇ ਆ, ਜਿਵੇਂ ਸੌਂਫ, ਤੁਲਸੀ, ਲੌਂਗ, ਇਲਾਇਚੀ, ਬਿਨਕਸ਼ਾ, ਹਲਦੀ, ਗਿਲੋ, ਅਦਰਕ, ਇਹ ਚੀਜ਼ਾਂ ਨੂੰ ਅਸੀਂ ਦਵਾਈਆਂ ਕਹਿ ਸਕਦੇ ਤਾਂ ਕਹਿ ਲਈਏ। ਅਗਰ ਆਪਾਂ ਆਯੁਰਵੈਦਿਕ ਕੋਈ ਗੋਲੀ ਅਸੀਂ ਇਹ ਗੱਲ ਕਹੀ ਸੀ ਵੀ ਮੈਡੀਸਨ ਨਹੀਂ ਦਿੱਤੀ ਜਾਂਦੀ, ਕਿਉਂਕਿ ਇਹ ਘਰੇਲੂ ਚੀਜ਼ਾਂ ਨੇ। ਨਾ ਕੋਈ ਬੋਤਲ ਲੱਗਦੀ ਹੈ ਜੀ, ਨਾ ਕੋਈ ਖੂਨ ਦੀ ਬੋਤਲ, ਨਾ ਕੋਈ ਗਲੂਕੋਜ਼ ਦੀ ਬੋਤਲ, ਕੁਝ ਨਹੀਂ ਚੜਦਾ, ਨਾ ਟੀਕੇ ਲੱਗਦੇ ਆ। ਹਿਮਸ ਹਸਪੀਟਲ ਚਾਹੇ ਚੰਡੀਗੜ੍ਹ, ਲਖਨਊ, ਅੰਮ੍ਰਿਤਸਰ, ਲੁਧਿਆਣਾ, ਜ਼ੀਰਕਪੁਰ, ਡੇਰਾਬੱਸੀ, ਕਈ ਜਗ੍ਹਾ ਹੈਗੇ ਆ ਪੂਰੇ ਇੰਡੀਆ 'ਚ। ਇਸ ਟਾਈਮ 12 ਹਿਮਸ ਹੋ ਚੁੱਕੇ ਆ, 2 ਵੱਡੇ, ਇੱਕ ਲਖਨਊ ਤੇ ਡੇਰਾਬੱਸੀ ਵੱਡਾ ਹੈ, ਗੁੜਗਾंव ਹੈ, ਅੰਮ੍ਰਿਤਸਰ ਹੈ, ਜੈਪੁਰ ਹੈ, ਜੋਧਪੁਰ ਹੈ, ਹੋਰ ਵੀ ਕਈ ਸ਼ਹਿਰਾਂ 'ਚ। ਉਹ ਛੋਟੇ ਆ, ਮਤਲਬ ਛੋਟੇ ਛੋਟੇ। ਇੱਕ ਬਹੁਤ ਵੱਡਾ ਅਸੀਂ ਦਿੱਲੀ ਖੋਲ੍ਹਣ ਲੱਗੇ ਹਾਂ ਹੁਣ, 350 ਬੈੱਡ ਦਾ, ਅਗਲੇ ਮਹੀਨੇ ਮਹੂਰਤ ਹੈ। ਤੇ ਇੱਕ ਮੁੰਬਈ ਸ਼ੁਰੂ ਕਰ ਰਿਹਾ 150 ਬੈੱਡ ਦਾ। ਇਹ ਹਿਮਸ ਹਸਪੀਟਲ ਬੇਸਿਕਲੀ ਇੱਕ ਬ੍ਰਾਂਡ ਬਣ ਗਏ, ਕਿਡਨੀ ਫੇਲ ਦਾ ਸਿੰਬਲ ਬਣ ਗਏ ਕਿ ਕਿਡਨੀ ਫੇਲ ਹੈ ਨਾ, ਹਿਮਸ ਜਾਓ ਬਚ ਜਾਓਗੇ। ਹੋ ਕੀ ਰਿਹਾ, ਅਸੀਂ ਕੀ ਕਰਦੇ ਹਾਂ, ਪੇਸ਼ੈਂਟ ਨੂੰ ਗਾਈਡ ਕਰਦੇ ਹਾਂ, ਡਾਈਟ, ਲਾਈਫ ਸਟਾਈਲ, ਪੋਜ਼ਿਟਿਵ ਥਿੰਕਿੰਗ ਤੇ ਉਹ ਟੱਬ ਤੇ ਗ੍ਰੈਡ ਸਿਸਟਮ ਤੇ ਪੰਚਕਰਮਾ। ਬੋਡੀ ਦੇ ਅੰਦਰ ਆਪਣੇ ਆਪ ਹੀ ਹੀਲਿੰਗ ਪ੍ਰੋਸੈਸ ਕਰਕੇ ਬੋਡੀ ਦੀ ਕਿਡਨੀ ਗਰੋ ਕਰਦੀ ਹੈ, ਰੀਗਰੋ ਕਰਦੀ ਹੈ, ਰੀਜਨਰੇਟ ਕਰਦੀ ਹੈ ਤੇ ਧੀਰੇ ਧੀਰੇ ਡਾਇਲਿਸਿਸ ਘਟ ਜਾਂਦਾ ਹੈ। ਦੇਖੋ ਘਟਦਾ ਤਾਂ ਸਭ ਦਾ ਹੈ, ਬੰਦ ਵੀ ਹੋ ਜਾਂਦਾ ਹੈ, ਡਿਪੈਂਡ ਕਰਦਾ ਤੁਸੀਂ ਕਿੰਨਾ ਕਹਿਣਾ ਮੰਨ ਰਹੇ ਹੋ, ਕਿੰਨੀ ਦੇਰ ਟੱਬ 'ਚ ਬੈਠ ਰਹੇ ਹੋ, ਕਿੰਨੀ ਦੇਰ ਹੈਡ ਆਊਟਡ ਰਹਿ ਰਹੇ ਹੋ ਤੇ ਡਾਈਟ 'ਚ ਕੀ ਪਰਹੇਜ਼ ਕਰ ਰਹੇ ਹੋ। ਅਸੀਂ ਇੱਕ ਹੋਰ ਚੀਜ਼ ਕਰਦੇ ਹਾਂ, ਤੁਹਾਨੂੰ ਪਹਿਲੇ ਦੱਸ ਦੇਵਾਂ, ਅਸੀਂ ਗੇਹੂੰ, ਚਾਵਲ ਤੇ ਦੁੱਧ ਦੀ ਬਣੀ ਚੀਜ਼ਾਂ ਦੇ ਉੱਤੇ ਰੋਕ ਲਗਾਉਂਦੇ ਹਾਂ। ਦੁੱਧ ਦਾ ਬਣਿਆ ਕੁਝ ਵੀ ਅਸੀਂ ਅਲਾਉਡ ਨਹੀਂ ਕਰਦੇ। ਅਸੀਂ ਕਹਿੰਦੇ ਦੁੱਧ ਪੀਣਾ ਹੈ, ਨਾਰੀਅਲ ਦਾ ਦੁੱਧ ਪੀਓ। ਦਹੀਂ ਖਾਣੀ ਹੈ, ਨਾਰੀਅਲ ਦੇ ਦੁੱਧ ਦੀ ਬਣਾ ਕੇ ਖਾਓ, ਨਾਰੀਅਲ ਦੀ, ਬਦਾਮ ਦੀ, ਕਾਜੂ ਦੀ, ਮੂੰਗਫਲੀ ਦੀ, ਮਿਲਟਸ ਦੀ, ਕਈ ਤਰ੍ਹਾਂ ਦੇ ਦੁੱਧ ਵੀ ਬਣ ਜਾਂਦੇ, ਦਹੀਂ ਵੀ ਬਣ ਜਾਂਦੀ ਹੈ, ਕੋਈ ਦਿੱਕਤ ਨਹੀਂ ਆਉਂਦੀ। ਦੁੱਧ ਦੇਖਿਆ ਜਾਵੇ ਤਾਂ ਇੱਕ ਬੱਚੇ ਤੋਂ ਲੈ ਕੇ ਬੁਢਾਪੇ ਤੱਕ ਦੁੱਧ ਕੰਮ ਆਉਂਦਾ, ਫਿਰ ਉਹ 'ਤੇ ਰੋਕ ਕਿਉਂ ਲਾਉਂਦੇ? ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਜਦੋਂ ਬੱਚਾ 1 ਸਾਲ ਦਾ 6 ਮਹੀਨੇ ਦਾ ਹੁੰਦਾ ਹੈ, ਦੁੱਧ ਪੀਂਦਾ ਹੈ ਤੇ ਜਦੋਂ ਬਾਹਰ ਕੱਢਦਾ ਹੈ ਉਦੋਂ ਦਹੀਂ ਵਰਗਾ ਕੁਝ ਨਿਕਲਦਾ ਹੈ। ਆਪਾਂ ਦੁੱਧ ਪੀਂਦੇ ਹਾਂ ਤਾਂ ਦੁੱਧ ਹੀ ਨਿਕਲਦਾ ਹੈ, ਕਿਉਂਕਿ ਸਾਡੀ ਬੋਡੀ 'ਚ ਦੁੱਧ ਨੂੰ ਤੋੜਨ ਦਾ, ਦਹੀਂ ਬਣਾਉਣ ਦਾ ਜੋ ਐਂਜ਼ਾਈਮ ਹੈ ਉਹ ਹੁੰਦਾ ਹੀ 2 ਸਾਲ ਦੀ ਉਮਰ ਤੱਕ ਹੈ। ਉਸ ਤੋਂ ਬਾਅਦ ਉਹ ਗ੍ਰੰਥੀ ਬੰਦ ਹੋ ਜਾਂਦੀ ਹੈ। ਲੇਕਿਨ ਆਪਾਂ ਸਾਰੀ ਜ਼ਿੰਦਗੀ ਪੀਂਦੇ ਰਹਿੰਦੇ ਹਾਂ। ਦੁੱਧ ਪੀਂਦੇ ਸੀ ਸਾਡੇ ਪੂਰਵਜ, ਲੇਕਿਨ ਕਦੋਂ ਤੱਕ? 2 ਸਾਲ ਦੀ ਉਮਰ ਤੱਕ। ਉਸ ਤੋਂ ਬਾਅਦ ਤੁਸੀਂ ਦਹੀਂ ਖਾਓ, ਮੱਖਣ ਖਾਓ, ਵਧੀਆ ਹੈ, ਲੇਕਿਨ ਦੁੱਧ ਨਹੀਂ ਪੀਣਾ। ਇਹ ਵੀ ਨਵੀਂ ਗੱਲ ਹੈ ਜੀ, ਲੋਕਾਂ ਨੂੰ ਪਤਾ ਹੀ ਨਹੀਂ ਨਾ। ਅੱਛਾ ਦੂਜੀ ਪੁੱਛਦਾ ਤੁਹਾਨੂੰ, ਆਪਾਂ ਕਹਿੰਦੇ ਆ गाय का दूध पीना चाहिए, देसी गाय का। अब कहावत भी क्या है, गाय हमारी माता है, तो भैंस के ऊपर क्या है, अकल बड़ी के गई भैंस, काला अक्षर जिसकी लाठी भैंस के आगे, यानी कि सारी नेगेटिव कहावतें भैंस पे है। तो मैं आपसे एक सवाल करता हूँ, पूरी दुनिया में 235 देश हैं, कितने लोग भैंस का दूध पीते हैं? कितने देश? बहुत कम। सिर्फ 3 देश टोटल पूरी दुनिया में जहाँ भैंस का दूध पिया जाता है, और सबसे नंबर 1 भारत। तो भारत में ही सारी बीमारियां, शुगर देखो भारत नंबर 2 पे आ गया, किडनी फेल में भारत नंबर 3 पे चल रहा है, हार्ट की प्रॉब्लम भारत नंबर 1 पे आ गया। पूरी दुनिया में पिछले साल अगर 19 लाख लोगों की मौत हुई हार्ट अटैक, 24 लाख लोगों की मौत हुई हार्ट अटैक से, तो उसमें 17 लाख भारतीय थे। क्या वर्ल्ड रिकॉर्ड बनाया हमने? 24 लाख पूरी दुनिया में हार्ट अटैक से मरे, और उसमें कितने? 17 लाख भारतीय। दुनिया में बच्चे ऑपरेशन से होने में पहले भारत नंबर 3 पे था, अभी नंबर 2 पे आ गया। तो धीरे धीरे भारत नंबर 1 में सब रिकॉर्ड तोड़ेगा, चाइना को भी पीछे छोड़ देगा जनसंख्या के मामले में भी। तो ये हमें देखना हमें रिकॉर्ड किस चीज़ में बनाने थे। मैं चाहता हूँ रिकॉर्ड ऐसा बने कि भारत में जाके सब ठीक होता है। हम बात कर रहे हैं आयुर्वेदा की, नेचुरोपैथी की, पंचकर्मा। अगर भारत का नाम बनाना है ना, तो सरकार को और हम सबको मिलके, आप जैसे भाइयों को मिलके, हमें क्या करना है, इसको मेडिकल हब बनाए। दुनिया इलाज के लिए आए, लेकिन एलोपैथी में नहीं, आयुर्वेद में। तो हम ऐसी कोशिश कर रहे हैं, ऐसे हॉस्पिटल्स खोल रहे हैं। हमारे हॉस्पिटल में नेपाल से, बांग्लादेश से, श्रीलंका से, दुबई से, ऑस्ट्रेलिया से पेशेंट आ रहे हैं, रह रहे हैं। अभी हमारे हॉस्पिटल में जगह नहीं होती, हाउसफुल रहता है, एडवांस बुकिंग चलती है। तो इसीलिए हम 350 बेड का एक नया दिल्ली में एक बड़ा हॉस्पिटल दिल्ली के आउटर पे खोल रहे हैं, गंगा के किनारे।
और एक हम खोल रहे हैं 150 बेड का मुंबई में। ਦੇਖਿਆ ਜਾਵੇ ਤੇ ਇਹ ਵਿਚਾਰ ਕਿੱਥੋਂ ਆਇਆ ਸੀਗਾ? ਅੱਜ ਹਸਪੀਟਲ ਪੂਰੇ ਦੇਸ਼ 'ਚ ਬਣ ਰਹੇ ਨੇ, ਇਹ ਵਿਚਾਰ ਕਿੱਥੋਂ? ਕਿਉਂਕਿ ਸਭ ਤੋਂ ਵੱਡੀ ਗੱਲ ਹੈ ਤੇ ਵਿਚਾਰ ਆਣਾ, ਫਿਰ ਉਹ ਵਿਚਾਰ ਨੂੰ ਕਈ ਪਾਸੇ ਲੋਕ ਨਿੰਦਦੇ ਵੀ ਆ ਸਟਾਰਟਿੰਗ 'ਚ। ਦੇਖੋ ਹਸਪੀਟਲ ਸਾਡਾ ਹਸਪੀਟਲ ਨਹੀਂਗਾ। ਸਾਡੇ ਹਸਪੀਟਲ ਦੀ ਸ਼ੁਰੂਆਤ ਹੁੰਦੀ ਹੈ ਸਵੇਰੇ ਘਾਸ ਤੇ ਪੈਦਲ ਚੱਲਣ ਦੀ, ਯੋਗਾ ਤੋਂ। ਉਸ ਤੋਂ ਬਾਅਦ ਉਹਨਾਂ ਨੂੰ ਕਾੜੇ ਮਿਲਦੇ ਹੈ, ਫਿਰ ਉਹਨਾਂ ਦੀ ਲਾਫਿੰਗ ਕਲਾਸ ਹੁੰਦੀ ਹੈ, ਫਿਰ ਉਹਨਾਂ ਨੂੰ ਫਰੂਟ ਖਵਾਏ ਜਾਂਦੇ ਹੈ, ਫਿਰ ਉਹਨਾਂ ਦੀ ਥੈਰੇਪੀਆਂ ਆਉਂਦੀਆਂ, ਫਿਰ ਉਹਨਾਂ ਨੂੰ 2 ਘੰਟੇ ਦਾ ਲੰਚ ਬ੍ਰੇਕ ਮਿਲਦਾ ਹੈ। ਉਸ ਤੋਂ ਬਾਅਦ ਸ਼ਾਮੀ ਫਿਰ ਥੈਰੇਪੀਜ਼ ਹੁੰਦੀ, ਫਿਰ ਉਸ ਤੋਂ ਬਾਅਦ ਸ਼ਾਮ ਨੂੰ ਰਾਤ ਨੂੰ ਉਹਨਾਂ ਨੂੰ ਫਿਰ ਇੱਕ ਲਾਫਿੰਗ ਕਲਾਸ ਹੁੰਦੀ ਹੈ। ਫਿਰ ਉਹਨਾਂ ਦੀ ਐਕਟੀਵਿਟੀਜ਼ ਹੁੰਦੀਆਂ, ਕੋਈ ਕੈਰਮ ਬੋਰਡ ਖੇਲਦਾ ਹੈ, ਕੋਈ ਸ਼ਤਰੰਜ ਖੇਲਦਾ ਹੈ, ਕੋਈ ਲੂਡੋ ਖੇਲਦਾ ਹੈ। ਮੈਂ ਚਾਹਾਂਗਾ ਤੁਸੀਂ ਆਪਣੇ ਚੈਨਲ 'ਤੇ ਸ਼ਾਰਟਸ ਵੀ ਦਿਖਾਓ ਸਾਡੇ ਹਸਪੀਟਲ ਦੇ, ਕਿ ਜਿਸ ਤਰ੍ਹਾਂ ਲੋਕ ਲੂਡੋ ਖੇਲ ਰਹੇ ਆ, ਗੇਮਸ ਖੇਲ ਰਹੇ ਆ, ਨੰਗੇ ਪਾँव ਘਾਸ 'ਤੇ ਚੱਲ ਰਿਹਾ ਹੈ। ਘਾਸ 'ਤੇ ਦੇਖੋ ਧਰਤੀ ਨੂੰ ਮਾਂ ਕਹਾ ਗਿਆ। ਅਸੀਂ ਪੇਸ਼ੈਂਟ ਨੂੰ ਕਹਿੰਦੇ ਰੋਜ਼ 1 ਘੰਟਾ ਤੈਨੂੰ ਘਾਸ 'ਤੇ ਲੇਟਣਾ ਹੈ, ਇੱਥੇ ਸੋਣਾ ਹੈ, ਬਹਿਣਾ ਹੈ, ਤਾਂ ਕਿ ਧਰਤੀ ਤੁਹਾਡੀ ਨੈਗੇਟਿਵ એનર્ਜੀ ਖਿੱਚ ਲਏ ਤੇ ਪੋਜ਼ਿਟਿਵ એનર્ਜੀ, ਪੋਜ਼ਿਟਿਵ ਆਇਨਸ, ਇਲੈਕਟ੍ਰੋਨਸ ਤੁਹਾਨੂੰ ਦੇ ਦੇਵੇ, ਤਾਂ ਕਿ ਤੁਹਾਡੀ ਬਾਡੀ ਦੇ ਅੰਦਰ ਉਹ ਆਇਨਸ, ਉਹ ਇਲੈਕਟ੍ਰੋਨਸ ਘੁੰਮਣ, ਤੁਹਾਡਾ ਬਲੱਡ ਪਿਊਰੀਫਾਈ ਹੋਏ, ਤੁਹਾਡੀ ਬਾਡੀ 'ਚ એનર્ਜੀ ਆਏ। ਦੇਖੋ ਦੁਨੀਆ ਜਿੰਨੇ ਵੀ ਜਾਨਵਰ ਨੇ, ਕਿਸੇ ਜਾਨਵਰ ਦੇ ਪੈਰੇ ਜੁੱਤੇ ਚੱਪਲ ਹੁੰਦੇ ਆ? ਇਨਸਾਨ ਨੂੰ ਛੱਡ ਦਿਓ। ਤੇ ਇੱਕ ਗੱਲ ਦੱਸੋ, ਸਾਡੀ ਬਾਡੀ ਨੂੰ એનર્ਜੀ ਕਿੱਥੋਂ ਮਿਲੂਗੀ? ਅਸੀਂ ਧਰਤੀ ਤੋਂ ਤਾਂ ਕਨੈਕਟ ਹੀ ਨਹੀਂ, ਅਸੀਂ ਰੀਚਾਰਜ ਹੀ ਨਹੀਂ ਹੋ ਰਹੇ। ਅਸੀਂ ਫੋਨ ਰੋਜ਼ ਰੀਚਾਰਜ ਕਰ ਰਹੇ ਹਾਂ, अपने आप ਨੂੰ नहीं कर रहे। तो ਅਸੀਂ हॉस्पिटल रूल बनाया है कि रोज आधे घंटे से 1 घंटे तक अपने आप को रिचार्ज करना है, अर्थिंग करनी है, मतलब धरती से आयंस लेने हैं, पॉजिटिव आयंस लेने हैं। ਜੀ ਗੱਲ ਉੱਥੇ ਹੈਗੀ ਵੀ ਇਹ ਵਿਚਾਰ ਕਿੱਥੋਂ ਆਇਆ ਸੀ ਦਿਮਾਗ 'ਚ ਕਿ ਯਾਰ ਆਪਾਂ ਹਸਪੀਟਲ ਖੋਲੀਏ, ਇੱਥੇ ਲੋਕਾਂ ਨੂੰ ਨੌਲੇਜ ਮਿਲੇ? हॉस्पिटल खोलने का विचार एवें आया जी कि पिछले कई सालों तो मैं 130 क्लिनिक है हमारी भारत में, 130 क्लिनिक सीगे, तो लोग क्लिनिक ते ना सारे ट्रीटमेंट नहीं दे पाते सी, ते पंचकर्मा भी सिर्फ 25 क्लिनिक सीगा। ਤੇ ਜਦੋਂ ਅਸੀਂ ਦੇਖਦੇ ਸੀ ਇੱਕ ਪੇਸ਼ੈਂਟ ਨੂੰ ਅਸੀਂ ਖਾਲੀ ਦਵਾਈ ਨਾਲ ਟਰੀਟ ਕੀਤਾ, ਇੱਕ ਨੂੰ ਦਵਾਈ ਪਲੱਸ ਪੰਚਕਰਮਾ ਦਿੱਤਾ, ਉਹਦਾ ਰਿਜ਼ਲਟ ਡਬਲ ਆ ਰਿਹਾ ਸੀ। ਫਿਰ ਅਸੀਂ ਇੱਕ ਐਕਸਪੈਰੀਮੈਂਟ ਕੀਤਾ ਸੀ ਨਾ, ਕੈਂਪ ਲਗਾਇਆ ਪਹਿਲੇ 4 ਦਿਨ ਦਾ, ਫਿਰ ਇੱਕ ਕੈਂਪ ਲਗਾਇਆ ਸੀ 7 ਦਿਨ ਦਾ। ਅਸੀਂ ਜਦੋਂ 7 ਦਿਨ ਲੋਕਾਂ ਨੂੰ ਆਪਣੇ ਕੋਲ ਰੱਖਿਆ ਨਾ, ਉਹਦਾ ਰਿਜ਼ਲਟ 4 ਗੁਣੀ ਸਪੀਡ ਨਾਲ ਆਇਆ ਬਈ। ਉਹ ਕਿਉਂਕਿ ਉਹਨਾਂ ਦਾ ਖਾਣਾ ਪੀਣਾ, ਪਾਣੀ ਸਭ ਸਾਡੇ ਕੰਟਰੋਲ 'ਚ ਆ ਗਿਆ। ਫਿਰ ਸਾਡੇ ਦਿਮਾਗ 'ਚ ਆਇਆ ਅਸੀਂ ਕੋਈ ਜਗ੍ਹਾ ਖੋਲੀਏ ਜਿਹਨੂੰ ਵੈਲਨੈਸ ਸੈਂਟਰ ਕਿਹਾ ਜਾਵੇ, ਜਿੱਥੇ ਲੋਕ ਆਣ, ਹੀਲਿੰਗ करवान तो अपना इलाज करा के चले जान। असी बड़ी ऐड की बई स्वस्थ लोग आओ, स्वस्थ रहो, नहीं आए लोग। अल्टीमेटली फिर असी बीमारियों को टारगेट किया, किडनी फेल। फिर असी किडनी फेल के पहले सैंपल दिते मार्केट 25-30 पेशेंट ठीक करके उन्होंने पब्लिक मीडिया पेश किया। आ बंदा 2 डायलिसिस करांदा सी हफ्ते वास्ते, आ हफ्ते च होंदे सी, एंड दी ट्रांसप्लांट डेट सी। आ रिपोर्ट देखो, हुण ये पेशेंट बिना डायलिसिस, बिना ट्रांसप्लांट तो ठीक हो गया। आ तुसीं इहनूं पुछ लो। फिर जो एवें दे पेशेंट पेश किए, फिर होर पेशेंट वधे, होर वधदे गए। असी फिर उस वैलनैस सेंटर नूं हॉस्पिटल कन्वर्ट करता, पहले 1 किया, फिर 2, फिर 3 करते करते आज 1.25 साल के अंदर साढ़े 12 हॉस्पिटल पूरे इंडिया हो चुके हैं। 130 क्लिनिक है, 2 वड्डे हॉस्पिटल होर खुलण वाले है। 500 बैड के 350 का दिल्ली, 150 बैड का मुंबई। ਹਸਪੀਟਲ ਖੋਲੇ ਲਾਸਟ ਤੇ ਜਾਂਦੇ ਜਾਂਦੇ ਜੇ ਆਮ ਲੋਕ ਘਰਾਂ 'ਚ ਕੁਝ ਖਾਂਦਾ ਹੀ ਪੀਂਦੇ ਆ ਤਾਂ ਉਹ ਕਿਵੇਂ ਆਪਣੀ ਡਾਈਟ ਸੁਧਾਰਨ? ਕਿਉਂਕਿ ਡਾਈਟ ਖਰਾਬ ਹੋਣ ਕਰਕੇ ਬਹੁਤ ਸਾਰੀ ਬਿਮਾਰੀਆਂ ਲੱਗ। देखो मैं एक फॉर्मूला दस सकदा, अगर तुसी सारे अप्लाई करो तो तुसी सारे दर्शकों सुन लो। मैं एक फॉर्मूला दसदा, अगर तुसी अपनाओगे ना तुहाडी 80 to 90% बीमारियां आपे ही ठीक हो जाएंगियां। करना की है जी, राती सोंदे टाइम सिर पूरब या दक्षिण में होना चाहिए। सोंदे टाइम सिर पूरब में या दक्षिण में होना चाहिए। जब भी लेटना रात को बाईं करवट लेटना है। सुबह उठ के जब आपकी नींद खुल जाए तो बॉडी को लेटे लेटे हिलाना है, उठ के नहीं, लेटे लेटे हिलाना है, ताकि ब्लड सर्कुलेशन पूरी बॉडी में इक्वली फैल जाए। उसके बाद अपना योगा प्राणायाम जो करना है करो। एलोवेरा पीना है, कोई जूस पीना है, कोई जामुन का पीना है, कुछ पीना है वो करो, नहीं तो हर्बल टी पियो, गरम गरम पानी पियो। लेकिन वो गर्म पानी उकड़ू बैठ के मतलब ज़मीन के भर, पैरों के बाहर, जिमें इंडियन टॉयलेट साइज जिसको मलासन बोलते हैं, वैसे बैठ के पियो। उसके बाद 12 बजे तक जितना आपका वजन है गुणा 10, अगर आप 70 किलो के हो तो यानी कि गुणा 10, 700 ग्राम फ्रूट्स की प्लेट खानी है। फ्रूट सीजन के हो, शर्त क्या है सीजन के हो, पहले वो खानी है। अगर कुछ और खाना है, परोठा, कचौड़ी, पकोड़ा, तो उसके ऊपर से खाना है इमीडिएटली। अगर आप कोशिश करो तो 12 बजे तक सिर्फ फ्रूट्स खाओ। फिर भी अगर आपको लगता है कुछ खाना है तो उसके ऊपर से खा लो। फिर आ जाओ लंच में। एक तो नाश्ते और लंच में कम से कम 6 घंटे का गैप होना चाहिए। वैसे मैं एक और बात भी मैं बोल दूँ, हमारे आयुर्वेद में कहते हैं जो 1 बार खाए वो योगी, जो 2 बार खाए वो भोगी, जो 3 बार खाए वो रोगी। तो अब आपसे ही पूछता हूँ, आप चेक करो 8 बार खाते हो। सुबह उठते ही हर्बल टी या कोई भी चीज़, दूध वाली चाय, फिर नाश्ता, फिर मिड मील, फिर लंच, फिर मिड मील, फिर शाम को स्नैक्स, फिर रात को खाना, और रात को फिर सोते टाइम दूध का गिलास।
तो अगर हिसाब लगाओगे तो 8 खाने या 7 खाने बनते हैं। मैं क्या बात कर रहा हूं, 1 बार योगी, 2 बार भोगी, 3 बार रोगी। तो अगर आप 7 बार खाओगे तो आप तो महारोगी हो, आपके तो पैर कब्र में ही होने चाहिए, और वही हो रहा है, हॉस्पिटल भरे पड़े हैं। तो अब ब्रेकफास्ट मैंने बताया, पहले कोशिश करो 12 बजे तक सिर्फ फ्रूट्स खाओ, और लंच में जितना आपका वजन गुणा 5, पहले सलाद की प्लेट खाओ। जैसे आप 3 बजे लंच करना है आपने, तो 3 बजे आप पहले 350 ग्राम, 70 किलो के तो 350, 50 किलो के तो 250, 40 किलो के तो 200, पहले सलाद की प्लेट खाओ। उसके ऊपर से जो दिल करता है रोटी, चावल, खिचड़ी। शर्त क्या है, बाइट छोटी छोटी खानी है और चबा चबा के खानी है, और कभी भी खाना खाने के साथ पानी नहीं पीना, आधा घंटा पहले या पौना घंटा बाद। ऐसे ही फिर डिनर में, और डिनर सूरज डूबने से पहले कर लेना है। तो कोशिश करो 6:30-7 बजे तक डिनर हो जाए। तो अगर इतने बजे डिनर करोगे और रात को 12 बजे सोओगे, फिर रात को भूख लगेगी, तो कोशिश करो सोने का टाइम भी सुधार दो, तो उठने का टाइम भी सुधर जाएगा। तो ऐसे करके डिनर में भी आप पहले वही 350 ग्राम सैलड की प्लेट, वही वजन गुणा 5, या फ्रूट मिक्स भी कर सकते हो, और कोशिश करो डिनर और सेकंड प्लेट, जो प्लेट 2 है वो नहीं खाओ। तो अपने खाने को 2 प्लेट में डिवाइड कर लो, प्लेट 1, प्लेट 2। प्लेट 1 मतलब नेचुरल, प्लेट 2 मतलब जो आपने बनाया, हलवाई ने बनाया, कि बीवी ने बनाया, कि मम्मी ने बनाया, वो सब। तो आप अगर ये डाइट चार्ट अपनाते हो और चबा चबा के खाते हो, और एक नियम, जिस दिन मूड खराब हो, गुस्सा हो, टेंशन हो, लड़ाई हो, उस दिन प्लेट 2 0, उस दिन खाना नहीं खाना। मिक्सी आपके घर में, जब सामान पीसते हो गर्म हो जाती है तो क्या करते हो, बंद कर देते हो, क्यों, खराब ना हो जाए। ऐसे ही जिस दिन हमारा मूड खराब होता है, गुस्से में होते हैं, लड़ाई होती है, टेंशन होती है, उस दिन हमारी बॉडी में हमारे रस नहीं आते, एंजाइम्स नहीं आते, खाना हजम नहीं होता। और एक, जिस दिन बारिश का मौसम हो उस दिन भी हल्का खाना खाना होता है, और हमारे घरों में पकोड़े, कचौड़ी, समोसे उसी दिन याद आते हैं। तो सारा भारत उल्टा सीधा चल रहा है, सबको सीधे होने की जरूरत है, वरना आपका सारा पैसा हॉस्पिटल ले जाएंगे। एक मैं बात आपके चैनल के माध्यम से दर्शकों से अपील करना चाहूँगा, आप लोग सब हेल्थ इंश्योरेंस कराते हो, एक कसम खा लो, हमें 100% आयुष कवर वाला हेल्थ इंश्योरेंस कराना है। उसका फायदा क्या है, वो दोनों जगह चलता है, आयुर्वेद में भी चलता है, एलोपैथी में भी चलता है। तो आप अगर 100% आयुष कवर वाला हेल्थ इंश्योरेंस कराओगे तो आपको बीमार होकर इलाज कराने की जरूरत नहीं है। बिना बीमारी के भी आप पहले भी आओगे तो भी इलाज हो जाएगा, मतलब बीमार नहीं होने देंगे। यानी कि डिटॉक्सिफिकेशन के लिए भी पैकेज उसमें अलाउड है। जैसे मैं आपको एग्जांपल देता हूं कि आयुर्वेद का एक श्लोक है, स्वस्थस्य स्वास्थ्य रक्षणम आतुरस्य विकार प्रश्नम चा, मतलब स्वस्थ के स्वास्थ्य की रक्षा करना, ये आयुर्वेद का प्रयोजन है, मीन स्वस्थ को स्वस्थ रखना। तो अगर आप स्वस्थ हो और वो पैकेज ले लेते हो जो 100% आयुष कवर वाला, तो आपका सारा इलाज फ्री हो गया, आपके पैसे ही नहीं लगे। आप हमारे हॉस्पिटल आओ, किसी वेलनेस सेंटर जाओ, तो आयुर्वेद वाला हेल्थ इंश्योरेंस कराओ, ये मेरी एक अपील है। और दूसरा, मेरी सब सरकारों से अपील है, और भारत सरकार से भी अपील है कि जितने भी सरकारी कर्मचारी हैं उनका इलाज भी आयुर्वेद से होना कंपलसरी कराओ, ताकि जो मैनेजमेंट है वो वापस आयुर्वेद के पास आ जाए और इमरजेंसी एलोपैथी में चली जाए। तो इससे इस देश के अंदर एक सही नियम, एक सही नीति बन जाएगी। और सारे एलोपैथी डॉक्टरों से भी अपील करूंगा कि आपके पास इलाज नहीं है एक बीमारी का भी, तो एक्सेप्ट कर लो। शुगर आपके पास इलाज नहीं, बीपी आपके पास इलाज नहीं, थायराइड आपके पास इलाज नहीं, तो बोल दो ना भैया आयुर्वेद में चले जाओ, हमारे पास सिर्फ सर्जरी के लिए आना। तो ये ईमानदारी दिखाओगे डॉक्टर्स, तभी ये हो पाएगा। बहुत बहुत शुक्रिया, धन्यवाद जी। ਆਯੁਰਵੈਦਿਕ ਨੀਸ਼ ਆਚਾਰਿਆ ਵੱਲੋਂ ਕਿਹਾ ਗਿਆ ਕਿ ਆਯੁਰਵੈਦਿਕ ਨਾਲ ਜੋ ਇਲਾਜ ਆ ਉਹ ਪਰਿਵਾਰ 'ਚ ਵੀ ਸੰਭਵ ਆ ਤੇ ਦਿਨ ਭਰ ਦੇ ਕੰਮਕਾਰਾਂ ਨੂੰ ਵੀ ਡਿਸਕ੍ਰਾਈਬ ਕੀਤਾ ਗਿਆ। ਹੁਣ ਦੇਖਣਾ ਹੋਵੇਗਾ ਆਮ ਲੋਕ ਇਸ ਪ੍ਰਤੀ ਕੀ ਸੋਚਦੇ ਨੇ। ਚੰਡੀਗੜ੍ਹ ਤੋਂ ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜੱਖੂ।